अस्सलाम वालेकुम सज्जनों मित्रों बेलियो ਤੁਹਾਡਾ ਸ਼ੌਕਤ ਸ਼ਰੀਫ ਇੱਕ ਵਾਰੀ ਫੇਰ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੇ ਅੱਜ ਮੈਂ ਫਿਲਮ ਸਟੇਜ ਤੇ ਟੀਵੀ ਦੀ ਆਰਟਿਸਟ ਆਰਫਾ ਨੂੰ ਤੁਹਾਡੇ ਨਾਲ ਇੰਟਰੋਡਿਊਸ ਕਰਵਾ ਰਿਹਾ ਤੇ ਇਹਨਾਂ ਕੋਲ ਫਿਲਮ ਦੇ ਹਵਾਲੇ ਨਾਲ ਬਹੁਤ ਕੁਝ ਅਸੀਂ ਪੁੱਛਾਂਗੇ। ਜੀ ਆਰਫਾ ਜੀ, ਆਪਣੇ ਬਾਰੇ 'ਚ ਤੁਸੀਂ ਦੱਸੋ ਕਿ ਫਿਲਮ ਲੈਣ ਦੇ ਵਿੱਚ ਆਉਣਾ ਤੁਹਾਡਾ ਕਿਸ ਤਰ੍ਹਾਂ ਹੈ? जी पहले तो अस्सलाम वालेकुम शौकत साहब, ਤੁਸੀਂ ਦੱਸੋ ਠੀਕ ਠਾਕ ਹੋ? ਤਬੀਅਤ ਠੀਕ ਹੈ ਤੁਹਾਡੀ? 2 ਘੰਟੇ ਤੋਂ ਤੁਸੀਂ ਮੇਰੇ ਕੋਲ ਆਏ ਹੋਏ ਜੇ ਤੇ ਹੂੰ ਸਲਾਮ ਅਲੈਕਮ ਉਹ ਜਿਹੜਾ ਪਹਿਲੇ ਲਿਆ ਸੀ ਉਹ ਸਲਾਮ ਦੁਆ ਨਹੀਂ ਸੀ ਨਹੀਂ ਉਹ ਹੈਗਾ ਸੀ ਜ਼ਰਾ ਬੇਲੀਓ ਮਿੱਤਰਾਂ ਨੂੰ ਵੀ ਤੇ ਕਰਨਾ ਹੈ ਨਾ, ਤੁਹਾਨੂੰ ਦੱਸਣਾ ਹੈ ਕਿ ਸਲਾਮ ਤੇ ਕਹਿ ਰਹੇ ਸ਼ੌਕਤ ਸ਼ਰੀਫ ਮੇਰਾ ਤੁਹਾਡਾ ਇਹੋ ਜਿਹਾ ਤਾਂ ਕੋਈ ਤਲਕ ਹੀ ਨਹੀਂ ਹੈਗਾ ਬੇਲੀਓ ਮਿੱਤਰੋ। ਹਾਂਜੀ ਅੱਛਾ ਜੀ, ਤੁਹਾਡਾ ਸ਼ੋਅ ਵਿੱਚ ਕਿਸ ਤਰ੍ਹਾਂ ਹੋਇਆ? ਸ਼ੋਅ ਵਿੱਚ ਮੈਂ ਚਾਈਲਡ ਸਟਾਰ ਆਈ ਸੀ, ਬਹੁਤ ਛੋਟੀ ਜਿਹੀ, बस मेरी मदर करते सी ते इस वजह तो फिर मैं चाइल्ड स्टार बहुत छोटी सी आई। फिर उस तो बाद थोड़ा 6-7 क्लास विच मैं दोबारा ज्वाइन कीता सी 6-7 विच। अच्छा अच्छा ते बस ऐसे ही हादसाती तौर ते मैं आई सी हादसा ਹੋਇਆ ਤੁਹਾਡੇ ਨਾਲ? ਤੁਸੀਂ ਸ਼ੋਅ ਵਿੱਚ ਨਹੀਂ ਤੁਹਾਡੇ ਨਾਲ ਹਾਦਸਾ ਹੋਇਆ? हाँ जी, मेरा शौक सी कि मैं डॉक्टर बनना है जिस तरह तुसी पढ़ाई ਦੀ कैसी ਸੀ? बहुत जीनियस बहुत। ਇਹ ਮੈਂ ਨਾ ਕਿਸੇ ਹੋਰ ਕੋਲ ਤੁਸੀਂ ਮੈਨੂੰ ਨੰਬਰ ਦਿਓ ਉਹ ਪੁੱਛਾਂਗਾ, ਤੁਹਾਡੀ ਵਾਲਦਾ ਕੋਲ ਪੁੱਛਾਂਗਾ ਕਿ ਆਰਫਾ ਪੜ੍ਹਾਈ 'ਚ ਕੈਸੇ ਸੀ। जी जी ਅੱਛਾ, ਜਿਹੜਾ ਬੰਦਾ ਆਂਦਾ ਆਪਣੀ ਤਾਰੀਫ ਆਪ ਹੀ ਸ਼ੁਰੂ ਕਰ ਦਿੰਦਾ, ਤੁਹਾਡੇ 'ਚ ਵੀ ਬਿਮਾਰੀ? ਜ਼ਾਹਿਰ ਬਿਮਾਰੀ ਤੇ ਹੁੰਦੀ ਹੈ, ਤੁਹਾਨੂੰ ਤਾਂ ਹੈ, ਮਤਲਬ ਸੋਚੋ ਤੁਸੀਂ ਕਿ ਹਰ ਬੰਦੇ 'ਚ ਹੁੰਦੀ ਹੈ, ਤਾਰੀਫ ਕਿਹਨੂੰ ਨਹੀਂ ਪਸੰਦ ਹੈ? ਨਹੀਂ ਜਾਇਜ਼ ਹੋਵੇ ਤੇ ਠੀਕ ਹੁੰਦੀ ਨਾ। ਚਲੋ ਕਿਸੇ ਹੋਰ ਪਾਸੇ ਚਲੇ ਜਾਏਗਾ। ਆਰਫਾ ਤੁਸੀਂ ਸਟੇਜ ਕੀਤਾ? ਹਾਂਜੀ ਬਹੁਤ ਜ਼ਿਆਦਾ ਬਹੁਤ। ਸਟੇਜ ਲਾਹੌਰ 'ਚ ਕੀਤਾ ਹੈ ਜਾਂ ਲਾਹੌਰ ਬਾਹਰ ਕੀਤਾ? ਨਹੀਂ ਆਊਟਡੋਰ ਵੀ ਮੈਂ ਬਹੁਤ ਜ਼ਿਆਦਾ ਕੀਤਾ ਹੈ। ਆਊਟਡੋਰ ਇੱਕ ਲਾਲਚ ਸੀ, ਠੀਕ ਹੈ, ਉਸ ਟਾਈਮ ਸਾਨੂੰ ਪੇਮੈਂਟ ਬਹੁਤ ਜ਼ਿਆਦਾ ਮਿਲਦੀ ਸੀ ਆਊਟਡੋਰ ਦੀ। ਅੱਛਾ। ਤੇ ਲਾਹੌਰ ਵਿੱਚ ਵੀ ਮੈਂ ਕੀਤਾ ਸ਼ੁਰੂਆਤ, ਵੈਸੇ ਮੈਂ ਲਾਹੌਰ ਵਿੱਚ ਹੀ ਕੀਤੀ ਸੀ। ਓਪਨ 에ਅਰ ਮੇਰਾ ਪਹਿਲਾ ਪਲੇ ਸੀ ਹੀਰ ਰਾਂਝਾ। ਉਹਦੇ 'ਚ ਤੁਸੀਂ ਕੀ ਰਾਂਝੇ ਦਾ ਕਰੈਕਟਰ? ਨਹੀਂ ਮੈਂ ਰਾਂਝੇ ਦਾ ਨਹੀਂ, ਮੈਂ ਕੀਤਾ ਸੀ ਹੀਰ ਦੀ ਸਹੇਲੀ ਦਾ ਕਰੈਕਟਰ। ਅੱਛਾ, ਸਹੇਲੀ ਦਾ ਹੀਰ ਦਾ ਕਰੈਕਟਰ ਨਹੀਂ ਕੀਤਾ ਸੀ? ਹੀਰ ਦਾ ਹੈਗੀ ਸੀ ਇੱਕ ਸ਼ਬਨਮ ਨਾਂ ਦੀ ਲੜਕੀ, ਮਤਲਬ ਮੇਰਾ ਫਸਟ ਪਲੇ ਸੀ ਉਹ। ਅੱਛਾ। ਔਰ ਡ੍ਰੀਮ ਹਾਲ ਵਿੱਚ ਮੇਰਾ ਉਸ ਤੋਂ ਬਾਅਦ ਮੇਰਾ ਡ੍ਰੀਮ ਹਾਲ ਵਿੱਚ ਪਲੇ ਸੀ। ਓਪਨ 에ਅਰ ਸਹੇਲੀ ਤੋਂ ਬਾਅਦ ਨਾ ਡਾਇਰੈਕਟ ਮੇਰਾ ਡ੍ਰੀਮ ਹਾਲ ਵਿੱਚ ਪਲੇ ਸੀ। ਅਬਦੁਲ ਕਾਦਰ ਦਾ ਹਾਲ ਸੀ, ਕਰੈਕਟਰ ਹੈਗੇ ਨੇ ਨਾ ਸਾਡੇ, ਉਹਨਾਂ ਦਾ ਇੱਕ ਹਾਲ ਸੀ, ਉੱਥੇ ਮੇਰਾ ਸੈਕੰਡ ਪਲੇ ਸੀ। ਤੇ ਉਹ ਬਹੁਤ ਜ਼ਬਰਦਸਤ ਸੀ, ਇੱਕ ਤਵਾਇਫ ਦਾ ਕਰੈਕਟਰ ਸੀ। ਤੇ ਮਤਲਬ ਮੈਂ ਕਰਨਾ ਸੀ ਕੋਈ ਸਾਡਾ 7 ਦਿਨ ਦਾ ਪਲੇ ਸੀ, ਲੇਕਿਨ ਚੱਲਿਆ ਉਹ 2-3 ਮਾਹ। ਇੰਨਾ ਹਿੱਟ ਹੋ ਗਿਆ? ਇੰਨਾ ਹਿੱਟ ਹੋ ਗਿਆ। ਅੱਛਾ, ਅਲਹਮਰਾ ਚ ਕਦੀ ਕੋਈ ਕੀਤਾ? ਜੀ ਕਦੀ ਨਹੀਂ, ਮੈਂ ਬਹੁਤ ਪਲੇ ਕੀਤੇ ਨੇ ਅਲਹਮਰਾ ਚ। ਜਿਸ ਤਰ੍ਹਾਂ ਸਾਡੇ ਹੈਗੇ ਨੇ ਅਰਸ਼ਦ ਚੌਧਰੀ ਸਾਹਿਬ, ਅੱਜ ਕੱਲ ਕਾਫੀ ਨਾਂ ਹੈ ਉਹਨਾਂ ਦਾ। ਉਹ ਤਾਂ ਪ੍ਰੋਡਿਊਸਰ ਹੈ ਨਾ? ਹਾਂਜੀ, ਬਹੁਤ ਵੱਡੇ ਉਸ ਟਾਈਮ ਵੀ ਉਹ ਉਹਨਾਂ ਦਾ ਮਹਿਫਲ ਥੀਏਟਰ ਵੀ ਲੈ, ਮਹਿਫਲ ਨਹੀਂ ਯਾਨੀ ਕਿ ਉਹ ਅਲਫਲਾ ਵੀ ਲੈ ਦਿੱਤਾ। ਹਾਂਜੀ ਉਹਨਾਂ ਦੇ ਨਾਲ ਮੈਂ ਬਹੁਤ ਕੰਮ ਕੀਤਾ ਸ਼ੁਰੂ ਵਿੱਚ। ਲੋਕ ਦਾ ਲਿਸ਼ਕਾਰਾ, ਕੋਕਾ ਤੇਰਾ 7 ਰੰਗ ਦਾ, ਕੁੜੀ ਮਜਾਜਨ, ਯਾਨੀ ਕਿ ਉਹ ਟਾਈਟਲ ਸਾਰੇ ਮੇਰੇ ਹੀ ਸੀ। ਜਦੋਂ ਤੁਸੀਂ ਕੁੜੀ ਹੁੰਦੇ ਸੀ ਜਾਂ ਕਿ ਉਹ ਟਾਈਟਲ? ਹੁਣ ਪਤਾ ਨਹੀਂ ਕੁੜੀ ਹੈਗੀ ਸੀ ਜਾਂ ਨਹੀਂ, ਮੈਨੂੰ ਤਾਂ ਇੰਝ ਲੱਗਦਾ ਕਿ ਮੈਂ ਹਜੇ ਵੀ ਕੁੜੀ ਹਾਂ। ਅੱਛਾ ਚਲੋ, ਅੱਲਾ ਤੁਹਾਨੂੰ ਨਾ ਲੰਬੀ ਜ਼ਿੰਦਗੀ ਦੇਵੇ। ਉਦੋਂ ਜਾਓ ਜਦੋਂ ਅਹਿਸਾਸ ਹੋ ਜਾਏ। ਹਾਂ, ਮੈਨੂੰ ਲੱਗਦਾ ਕਿ ਉਦੋਂ ਮੈਂ ਬੱਚੀ ਸਾਂ, ਹੁਣ ਮੈਂ ਕੁੜੀ ਹਾਂ। ਮੈਨੂੰ ਇਹ ਮਹਿਸੂਸ ਹੁੰਦਾ ਕਿ ਉਸ ਟਾਈਮ ਮੈਂ ਬਚਪਨਾ ਸੀ ਮੇਰਾ। ਨਹੀਂ, ਇਹ ਤੇ ਤੁਸੀਂ ਰਾਈਟਰ ਨਾਲ ਹੀ ਗੱਲ ਕਰਦੇ ਤਾਂ ਗੱਲ ਚੋਂ ਗੱਲ ਕਰ ਲੈਂਦੇ ਤੇ ਇੰਨਾ ਕੰਮ ਕੀਤਾ ਤੇ ਫਿਰ ਕੁਛ ਤੇ ਸਮਝ। ਅੱਛਾ, ਤੁਸੀਂ ਪਸ਼ਤੋ ਫਿਲਮ ਚ ਹੀਰੋਇਨ ਕੀਤਾ? ਜੀ, ਪਸ਼ਤੋ ਫਿਲਮ ਵਿੱਚ ਮੈਂ ਬਹੁਤ ਫਿਲਮਾਂ ਵਿੱਚ ਹੀਰੋਇਨ ਕੀਤਾ। ਤੇ ਉਰਦੂ ਪੰਜਾਬੀ ਚ? ਉਰਦੂ ਪੰਜਾਬੀ ਚ ਵੀ ਮੈਂ ਅੱਛੇ ਕਰੈਕਟਰ ਕਾਫੀ ਕੀਤੇ ਨੇ। ਖਲੀਲੁਰ ਰਹਿਮਾਨ ਸਾਹਿਬ ਦੀ ਫਿਲਮਾਂ ਨੇ ਔਰ ਇੱਕ ਗੁਲਾਮ ਫਿਲਮ ਹੈ। ਇਸ ਤਰ੍ਹਾਂ ਮੈਨੂੰ ਯਾਦ ਨਹੀਂ ਹੈ, ਨਹੀਂ ਕਿ ਮੈਂ ਇੰਨਾ ਕੰਮ ਕੀਤਾ ਸਰ ਕਿ ਮੈਨੂੰ ਯਾਦ ਨਹੀਂ ਹੈਗਾ ਕਿ ਮੈਂ ਕਿੱਥੇ ਕੀ ਕੀਤਾ। ਤੇ ਤੁਸੀਂ ਇਹਦਾ ਮਤਲਬ ਕਿ ਬਹੁਤ ਅਮੀਰ ਆਦਮੀ ਜੇ ਸ਼ੋਅ ਵਿੱਚੋਂ ਕਿੰਨਾ ਕੁ ਪੈਸਾ ਕਮਾਇਆ? ਨਹੀਂ ਸਾਰੇ ਅਮੀਰ ਕਹਿ ਕੇ ਕੀ ਕਰਦੇ ਪਏ ਹੋ ਤੁਸੀਂ? ਸਾਰਿਆਂ ਦੇ ਸਾਹਮਣੇ ਅਮੀਰ ਕਿੱਥੇ ਆ ਅਸੀਂ? ਤੁਹਾਨੂੰ ਪਤਾ ਆਰਟਿਸਟ ਅਮੀਰ ਹੁੰਦਾ ਹੈ? ਨਹੀਂ, ਇਹ ਸਾਰੀ ਜ਼ਿੰਦਗੀ ਕਮਾਉਂਦਾ, ਬਿਮਾਰ ਹੋਣ ਤੋਂ ਬਾਅਦ ਮੰਗਣ ਲੱਗ ਪੈਂਦਾ। ਨਹੀਂ ਅੱਲਾ ਨਾ ਕਰੇ, ਇੰਨਾ ਵੀ ਨਹੀਂ ਹੈਗਾ ਕਿ ਨਹੀਂ। ਵੱਡੇ ਸਟਾਰਾਂ ਨੇ ਕੀ ਕੀਤਾ? ਅੱਲਾ ਨਾ ਕਰੇ। ਪਤਾ ਮੈਂ ਇਹਦਾ ਵੀ ਸੋਚਿਆ ਹੈ ਕਿ ਮੈਂ ਡਾਕਟਰਾਂ ਨਾਲ ਤਾਲੁਕ ਰੱਖੇ ਨੇ, ਕਿ ਮੈਂ ਬਿਮਾਰ ਹੋ ਕੇ ਜਿਹੜਾ ਹੈ ਨਾ
ਨਹੀਂ ਤੁਹਾਡੇ ਨਾਲ ਆਪਣਾ ਜਿਹੜੇ ਤੁਹਾਡੇ ਜਾਣਨ ਵਾਲੇ ਡਾਕਟਰ ਉਹਦਾ ਦੀ ਤਾਂ ਲੈਬੋਰਟਰੀ ਹੈ, ਉਹ ਤਾਂ ਤੁਹਾਡਾ ਟੈਸਟ ਵੀ ਨਹੀਂ ਕਰ ਸਕਦਾ ਤੁਹਾਡੇ ਇਲਾਜ ਨੂੰ। ਨਹੀਂ ਨਹੀਂ, ਇਹ ਨਹੀਂ ਗੱਲ। ਮੇਰਾ ਹੈਗਾ ਕੰਟੈਕਟਸ ਹਸਪੀਟਲਸ ਨਾਲ। ਮੈंने ਕੁਝ ਕੰਮ ਐਸੇ ਸ਼ੁਰੂ ਕੀਤੇ ਨੇ ਕਿ ਮੈਂ ਬਿਮਾਰ ਹੋਵਾਂ ਤੇ ਮੇਰੀ ਜਿਹੜੀ ਹੈ ਨਾ, ਮਤਲਬ ਮੈਂ ਡਰ ਗਈ ਤੁਹਾਡੀ ਇਸ ਗੱਲ ਤੋਂ ਨਾ। ਇਹ ਦੇਖੋ ਸਾਡਾ ਪ੍ਰੋਗਰਾਮ ਕਿੰਨਾ ਅੱਛਾ ਚੱਲ ਰਿਹਾ ਸੀ, ਇੱਕਦਮ ਅਸੀਂ ਸੰਜੀਦਗੀ ਦੀ ਤਰਫ ਆ ਗਏ ਹਾਂ। ਨਹੀਂ ਮੈਂ ਤੁਹਾਨੂੰ ਦੱਸਦਾ, ਮੈਂ ਦੇਖਿਆ ਕਿ ਸਟੇਜ ਦੇ ਵੀ ਹਾਂਜੀ ਹਾਂਜੀ ਵੱਡੇ ਫਨਕਾਰ ਜਿਨ੍ਹਾਂ ਨੇ ਮੂੰਹ ਮੰਗੀ ਕੀਮਤ ਲਈ। ਜੀ ਜੀ ਜੀ। ਅੱਛਾ, ਇਸ ਤਰ੍ਹਾਂ ਸਾਡੇ ਸਿੰਗਰ ਬਿਲਕੁਲ ਸਹੀ, ਸਾਡੇ ਬਹੁਤ ਲੋਕ ਇਸ ਤਰ੍ਹਾਂ ਦੇ ਦੂਸਰੇ ਆਰਟਿਸਟ, ਫਿਲਮਾਂ ਦੇ ਆਰਟਿਸਟ ਜਾਂ ਕਿ ਨਾ ਜਦੋਂ ਇੱਕਦਮ ਡੇਗਦੇ ਨੇ ਨਾ, ਹਾਂ ਬਹੁਤ ਬੁਰਾ ਡਿੱਗਦੇ ਨੇ, ਬਹੁਤ ਬੁਰਾ। ਇਸ ਨਹੀਂ ਬੁਰਾ ਨਹੀਂ ਹੁੰਦਾ, ਮੈਂ ਮੰਨਦਾ ਹੀ ਨਹੀਂ ਬੁਰਾ ਹੈਗਾ। ਫਿਰ ਕੀ ਹੈਗਾ, ਯਾਨੀ ਕਿ ਨਾ ਉਹਨਾਂ ਨੂੰ ਜਦੋਂ ਉਹ ਕੰਮ ਚ ਹੁੰਦੇ ਨੇ ਜਾਂ ਕਿ ਉਹਨਾਂ ਦਾ ਤੂਤੀ ਬੋਲਦਾ, ਉਦੋਂ ਪੈਸੇ ਮੂੰਹ ਮੰਗੇ ਲੈਂਦੇ ਨੇ। ਤੁਸੀਂ ਵੀ ਸਟੇਜ ਤੇ ਮਸੇ ਤੁਹਾਨੂੰ ਸਟੇਜ ਵਾਲਿਆਂ ਨੇ ਬੁਲਾਇਆ ਹੈਗਾ, ਤੁਸੀਂ ਮੈਂ ਤਾਂ ਇੰਨੇ ਪੈਸੇ ਲੈਣੇ ਜੀ। ਉਹ ਕਿਉਂ ਕਹਿੰਦੇ ਨੇ ਇੰਨੇ ਪੈਸੇ ਲੈਣੇ ਨੇ ਕਿ ਤਿੰਨ ਪ੍ਰੋਡਿਊਸਰ ਚਾਹੁੰਦੇ ਨੇ ਕਿ ਸਾਨੂੰ ਡੇਟ ਮਿਲ ਜਾਏ। ਉਹ ਫਿਰ ਪ੍ਰੋਡਿਊਸਰਾਂ ਨੂੰ ਤਾਂ ਬਲੈਕਮੇਲ ਕਰਦੇ ਨੇ, ਨਹੀਂ ਕਰਦੇ ਨੇ, ਵੱਡੇ ਆਰਟਿਸਟ ਨਹੀਂ ਕਰਦੇ। ਨਹੀਂ ਹੁੰਦਾ ਹੈ, ਲੇਕਿਨ ਉਹ ਬਲੈਕਮੇਲਿੰਗ ਨਹੀਂ ਕਹਿ ਸਕਦੇ, ਕਿਉਂਕਿ ਉਹ ਫਿਰ ਤੁਹਾਡੀ ਡਿਮਾਂਡ ਹੁੰਦੀ ਹੈ। ਦੇਖੋ ਇੱਕ ਨੇ ਕਿਹਾ, ਦੂਸਰੇ ਨੇ, ਤੀਸਰੇ ਨੇ। ਹੁਣ ਤੁਹਾਨੂੰ ਜਿੱਥੋਂ ਜਿਹੜਾ ਰੇਟ ਹੀ ਵਧਾਉਣਾ ਹੁੰਦਾ, ਹਾਂਜੀ ਰੇਟ ਵਧਾ, ਇਹੋ ਹੀ ਕਹਿ ਸਕਦੇ ਹਾਂ ਅਸੀਂ ਸਿੱਧੇ ਲਫ਼ਜ਼ਾਂ। ਜਦੋਂ ਉਹਨਾਂ ਕੋਲ ਇੰਨੇ ਪੈਸੇ ਆ ਜਾਂਦੇ ਨੇ, ਉਹਨਾਂ ਨੂੰ ਨਹੀਂ ਚਾਹੀਦਾ ਕਿ ਜ਼ਰਾ ਸੇਵ ਕਰਕੇ ਰੱਖਣ ਕਿ ਅੱਛੇ ਬੁਰੇ ਦਿਨ ਤੇ ਆਉਂਦੇ ਨੇ। ਨਹੀਂ, ਆਰਟਿਸਟ ਦਾ ਸੇਫ ਨਹੀਂ ਹੁੰਦਾ। ਠੀਕ ਹੈ, ਤੁਸੀਂ ਅਗਰ ਕਿਤੋਂ ਜਿੰਨਾ ਪੈਸਾ ਲੈ ਰਹੇ ਹੁੰਦੇ ਨਾ, ਉਨਾ ਹੀ ਉਹਦੇ ਤੇ ਲੱਗ ਰਿਹਾ ਹੁੰਦਾ ਹੈ, ਤਾਂ ਪਤਾ ਨਹੀਂ ਲੱਗਦਾ। ਕਿਉਂਕਿ ਜਦੋਂ ਤੁਸੀਂ ਜਿਸ ਮਿਆਰ ਤੇ ਜਾਂਦੇ ਹੋ, ਤੁਹਾਡੀ ਡਰੈਸਿੰਗ, ਤੁਹਾਡਾ ਰੱਖ ਰਖਾਓ, ਤੁਹਾਡੇ ਪੈਟਰੋਲ ਦੇ ਖਰਚੇ, ਬਹੁਤ ਮਸਲੇ ਮਸਾਇਲ ਹੁੰਦੇ ਨੇ। ਇਹ ਜਿਹਦੇ ਨਾਲ ਹੋ ਰਿਹਾ ਹੁੰਦਾ ਨਾ, ਉਹਨੂੰ ਪਤਾ ਚੱਲਦਾ। ਅੱਛਾ, ਮੇਰੀ ਗੱਲ ਸੁਣੋ, ਗੱਲ ਤਾਂ ਤੁਸੀਂ ਕਵਰ ਕਰਨ ਦੀ ਬਹੁਤ ਅੱਛੀ ਕੋਸ਼ਿਸ਼ ਕੀਤੀ ਹੈ। ਨਹੀਂ ਸੁਣੋ ਜਿਹੜੇ ਦੂਸਰੇ ਬਿਜ਼ਨਸਮੈਨ ਨੇ, ਯਾਨੀ ਕਿ ਕੋਈ ਟਰਾਂਸਪੋਰਟਰ ਹੈਗਾ, ਕੋਈ ਡਾਕਟਰ ਹੈਗਾ, ਕੋਈ ਇੰਜੀਨੀਅਰ ਹੈਗਾ, ਕੋਈ ਵਕੀਲ ਹੈਗਾ, ਇਸ ਤਰ੍ਹਾਂ ਹੀ ਜਾਂ ਦੂਸਰਾ ਈਵਨ ਕਿ ਮੁਹੱਲਿਆਂ ਦੇ ਵਿੱਚ ਜਿਨ੍ਹਾਂ ਦੀਆਂ ਛੋਟੀਆਂ ਦੁਕਾਨਾਂ ਨੇ, ਉਹ ਵੀ ਜਦੋਂ ਬਿਮਾਰ ਹੁੰਦੇ ਨੇ ਤਾਂ ਗੌਰਮੈਂਟ ਨੂੰ ਨਹੀਂ ਕਹਿੰਦੇ ਕਿ ਅਸੀਂ ਆਪਣੇ ਕੰਮ ਦੀ ਬਹੁਤ ਖਿਦਮਤ ਕੀਤੀ ਤੇ ਇਸ ਵਾਸਤੇ ਹੁਣ ਤੁਸੀਂ ਸਾਡਾ ਕਰੋ। ਮੈਂ ਕਿਸੇ ਆਰਟਿਸਟ ਨੂੰ ਜਾਣਦਾ ਜਿਹੜਾ ਇਸ ਟਾਈਮ ਦੁਨੀਆ ਤੇ ਨਹੀਂ ਹੈਗਾ, ਉਹਨਾਂ ਨੂੰ ਗੁਰਦੇ ਦੀ ਤਕਲੀਫ ਸੀਗੀ, ਠੀਕ ਹੈ ਨਾ, ਠੀਕ ਹੈ, ਔਰ ਉਹ ਹਸਪੀਟਲ ਤੋਂ ਉਹਨਾਂ ਦੇ ਕਰੀਬੀ ਇੱਕ ਬੰਦੇ ਨੇ ਮੈਨੂੰ ਦੱਸਿਆ ਕਿ ਉਹ ਹਸਪੀਟਲ ਤੋਂ ਡੋਨੇਸ਼ਨ ਲੈਂਦੇ ਸੀ, ਡੋਨੇਸ਼ਨ ਮਿਲਦੀ ਸੀ ਤੇ ਹਸਪੀਟਲ ਤੋਂ ਫਿਰ ਘਰ ਆ ਜਾਂਦੇ ਸੀ, ਪ੍ਰੋਪਰ ਇਲਾਜ ਨਹੀਂ ਸੀ ਕਰਦੇ, ਫਿਰ ਉਹੀ ਨਸ਼ਾ ਤੇ ਫਿਰ ਉਹੀ ਯਾਨੀ ਕਿ ਇਸ ਤਰ੍ਹਾਂ ਰੱਖਦਾ। ਤੇ ਗਲਤ ਹੈ ਨਾ ਸਰ, ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ। ਹੁਣ ਮੈਨੂੰ ਲਵੋ, ਮੈਂ ਪਤਾ ਨਹੀਂ ਕੀ ਕੰਮ ਸ਼ੁਰੂ ਕੀਤੇ ਨੇ, ਮੈਂ ਹੋ ਸਕਦਾ ਲੋਕਾਂ ਦੇ ਲਈ ਕੀ ਕਰ ਰਹੀ ਹਾਂ, ਪਰ ਇਹ ਸਾਰੀ ਲੁਕੀ ਛੁਪੀ ਗੱਲਾਂ ਹੁੰਦੀਆਂ ਨੇ, ਇਹ ਸਾਰਾ ਕੁਝ ਮੀਡੀਆ ਦੇ ਸਾਹਮਣੇ ਅਸੀਂ ਕਹਿ ਵੀ ਨਹੀਂ ਸਕਦੇ। ਤੇ ਉਹ ਤੁਸੀਂ ਸਹੀ ਕਹਿ ਰਹੇ ਹੋ ਕਿ ਇਹ ਹੋਇਆ, ਜਿਹੜਾ ਨਸ਼ੇ ਤੇ ਲੱਗੇਗਾ ਜ਼ਾਹਿਰ ਹੈ ਉਹਦੀ ਜ਼ਿੰਦਗੀ ਤੇ ਖਰਾਬ ਹੀ, ਉਹਦੇ ਸਿੱਧਾ ਰਸਤਾ ਹੈ। ਆਰਟਿਸਟ ਹੀ ਮੰਗਦੇ ਨੇ ਜ਼ਿਆਦਾ, ਹੋਰ ਨਹੀਂ, ਆਮ ਦੁਨੀਆ ਵੀ ਬੜਾ ਨਸ਼ਾ ਕਰਦੀ ਹੈ। ਅੱਛਾ, ਇਹ ਜਿਹੜੀ ਨਾ ਆਰਟਿਸਟ ਬੰਗਤ ਦੀ, ਹਾਂ, ਇਹ ਆਰਟਿਸਟ ਜਿਹੜੇ ਮੰਗਦੇ ਨੇ ਨਾ, ਮੈਂ ਸਿਰਫ ਪਾਕਿਸਤਾਨ 'ਚ ਹੀ ਦੇਖਿਆ। ਮੈਂ ਕਦੀ ਇੰਡੀਅਨ ਜਾਂ ਕਦੀ ਯੂਰਪ ਦੇ ਕਿਸੇ ਐਕਟਰ ਨੂੰ ਕਿਹਾ ਕਿ ਅਸੀਂ ਫਨ ਦੀ ਬੜੀ ਖਿਦਮਤ ਕੀਤੀ, ਉਹ ਸਾਨੂੰ ਪੈਸੇ ਦਿਓ ਕਿਉਂਕਿ ਬਿਮਾਰ ਹੋ ਗਏ। ਸਾਨੂੰ ਕੀ, ਅਸੀਂ ਕਿਉਂ ਆਪਣਾ ਨਾਮ ਹੀ ਖਰਾਬ ਕਰਦੇ, ਮੁਲਕ ਦਾ ਨਾਮ ਹੀ ਖਰਾਬ ਕਰਦੇ, ਆਪਣੇ ਸ਼ੋਭੇ ਦਾ ਨਾਮ ਹੀ ਖਰਾਬ ਕਰਦੇ। ਤੁਸੀਂ ਇਹ ਜਿਹੜਾ ਕਰਨ ਚਾਹ ਰਹੇ ਹੋ, ਦੱਸੋ ਇਹ ਮੰਗਦੇ ਕਿਹਦੇ ਕੋਲ ਨੇ? ਮੈਨੂੰ ਤੇ ਲਿਆ ਵੀ ਨਹੀਂ ਪਤਾ ਕਿ ਮੰਗਣਾ ਕਿਹਦੇ ਕੋਲ ਹੋਏ। ਜੇ ਮੈਂ ਦੱਸਦਾ ਤੁਸੀਂ ਵੀ ਕਰ ਲਓਗੇ। ਨਹੀਂ ਸਰ, ਨਹੀਂ, ਉਹ ਗਵਰਨਮੈਂਟ ਮੈਂ ਤੁਹਾਨੂੰ ਦੱਸਾਂ ਹੁਣੇ ਨਾ ਰਿਵਾਈਵ ਕਰਨ ਵਾਸਤੇ ਨਾ ਫਿਲਮ ਨੂੰ ਹੁਕੂਮਤ ਪੰਜਾਬ ਨੇ ਪੈਸੇ ਦਿੱਤੇ ਨੇ, ਠੀਕ ਹੈ। ਹੁਣ ਤੁਸੀਂ ਦੱਸੋ, ਜਿਨ੍ਹਾਂ ਨੇ ਫਿਲਮਾਂ ਬਣਾਈਆਂ ਨੇ, ਡਾਇਰੈਕਟ ਕੀਤੀਆਂ, ਜੇ ਫਿਲਮ ਸਾਜ ਨੇ, ਠੀਕ ਹੈ ਨਾ, ਉਹਨਾਂ ਦਾ ਤਾਂ ਹੱਕ ਬਣਦਾ। ਹੁਣ ਜਿਹੜੇ ਫਿਲਮਾਂ 'ਚ ਕੰਮ ਕਰਨ ਵਾਲੇ ਆਰਟਿਸਟ ਨੇ, ਜਿਨ੍ਹਾਂ ਨੇ ਮੂੰਹ ਮੰਗੇ ਪੈਸੇ ਲੈਣੇ, ਉਹ ਵੀ ਪੈਸੇ ਲੈ ਗਏ ਉਹਨਾਂ ਕੋਲੋਂ, ਤੇ ਜਾ ਕੇ ਫਿਰ ਸਕਰੀਨ ਦੇ ਅੱਗੇ ਬਹਿ ਕੇ ਜਾ ਕੇ ਉਹਨਾਂ ਦਾ ਸ਼ੁਕਰੀਆ ਅਦਾ ਕਰ ਰਹੇ ਨੇ ਕਿ ਸਾਡੀ ਜ਼ਰੀਆ ਵਾਲਾ ਨੇ ਸਾਨੂੰ ਜਿਹੜੀ ਕਿ ਨਾ ਇਸ ਤਰ੍ਹਾਂ ਫਿਲਮ ਟ੍ਰੇਡ ਨੂੰ ਹਵਾ ਦੇ ਰਹੇ ਨੇ, ਜੇ ਕਰ ਰਹੇ ਨੇ, ਉਹ ਕਰ ਰਹੇ ਨੇ। ਤੇ ਤੁਸੀਂ ਅਗਰ ਦੇਖੋ ਤੇ ਉਹਨਾਂ ਤੋਂ ਮੋਸਟਲੀ ਉਹ ਲੋਕ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਫਿਲਮਾਂ ਫਲਾਪ ਹੋਈਆਂ ਤੇ ਫਿਲਮ ਇੰਡਸਟਰੀ ਦਾ ਬੇੜਾ ਗਰਕ ਹੋਇਆ। ਮੋਸਟਲੀ ਉਹਨਾਂ ਨੂੰ ਪੈਸੇ ਮਿਲ ਗਏ ਨੇ, ਬਾਕੀਆਂ ਨੂੰ ਦੂਸਰੇ ਲਾਰੇ ਉਹ ਮਿਲ ਜਾਣਗੇ, ਦੂਸਰੇ ਨੂੰ ਮਿਲ ਜਾਣਗੇ, ਉਹ ਕੋਈ ਐਸੀ ਗੱਲ ਨਹੀਂ। ਲੇਕਿਨ ਜਦੋਂ ਹੁਕੂਮਤ ਇਹ ਦੇਖਦੀ ਹੈ, ਉਹ ਕਹਿੰਦੀ ਇਹ ਨਾ ਹੈਗਾ, ਉਹ ਕਰੈਕਟਰ ਕੈਸਾ ਹੈ, ਜਿनको ਤਾਂ ਜ਼ਾਤੀ ਕਰੈਕਟਰ ਕੈਸਾ, ਉਹਦੇ ਵੱਲ ਦੇਖਣਾ ਪਸੰਦ ਹੀ ਨਹੀਂ ਕਰਦੇ।
ਅੱਛਾ, ਇਹ ਗੱਲ ਤੁਸੀਂ ਦੇਖੋ ਕਹਿ ਰਹੇ ਹੋ ਕਿ ਗਵਰਨਮੈਂਟ ਸਾਨੂੰ ਦੇ ਰਹੀ ਹੈ, ਠੀਕ ਹੈ। ਹੁਣ ਇੰਨੇ ਵੱਡੇ ਵੱਡੇ ਮੁਲਕਾਂ ਦੀ ਗਵਰਨਮੈਂਟ ਆਵਾਮ ਨੂੰ ਦੇ ਰਹੀ ਹੈ, ਇਹ ਤੇ ਸਿਰਫ ਚਲੋ ਆਰਟਿਸਟਾਂ ਨੂੰ ਦੇ ਰਹੇ ਨੇ, ਉਹ ਵੀ ਇਸ ਵਜ੍ਹਾ ਤੋਂ ਕਿ ਇੰਡਸਟਰੀ ਤੇ ਕ੍ਰਾਈਸਿਸ ਹੈ, ਠੀਕ ਹੈ। ਕ੍ਰਾਈਸਿਸ ਦੀ ਵਜ੍ਹਾ ਤੋਂ ਹੀ ਸਾਨੂੰ ਦਿੱਤਾ ਜਾ ਰਿਹਾ ਨਾ, ਮਤਲਬ ਇੰਡਸਟਰੀ ਨੂੰ ਜਿੰਨੇ ਲੋਕ ਫਾਰਿਗ ਨੇ ਉਹਨਾਂ ਨੂੰ ਕੰਮ ਦੇ ਲਈ ਪੈਸਾ ਚਲੋ ਇਹ ਦਿੱਤਾ ਗੱਲ ਜਾ ਨਾ ਕਿਸੇ ਹੋਰ ਪਾਸੇ ਨਿਕਲ ਜਾਂਦੀ, ਮੈਂ ਤੇ ਤੁਹਾਨੂੰ ਬੁਲਾਇਆ ਸੀ ਤੇ ਉਹ ਇੰਡਸਟਰੀ ਵਾਲੇ ਸੀ। ਅੱਛਾ, ਤੁਸੀਂ ਤੁਹਾਨੂੰ ਡਾਂਸ ਕਰਨ ਦਾ ਬੜਾ ਸ਼ੌਕ ਹੈ? ਸ਼ੌਕ ਹੈਗਾ ਨਹੀਂ ਸੀ, ਲੇਕਿਨ ਨਹੀਂ, ਸਿੱਖਿਆ ਕਿਉਂ ਮੈਂ ਮੇਰੇ ਉਸਤਾਦ ਸੀ ਜ਼ਹੂਰ ਸਮਰਾਟ ਸਾਹਿਬ, ਇੰਡੀਆ ਦੇ ਸਮਰਾਟ ਫੈਮਿਲੀ ਚੋਂ ਮੈਂ ਸਿੱਖਿਆ। ਸਮਰਾਟ ਫੈਮਿਲੀ ਇੰਡੀਆ ਚ? ਹਾਂਜੀ, ਖਾਨਮ, ਪੱਪੂ ਖਾਨੂ, ਜ਼ਹੂਰ ਸਾਹਿਬ, ਉਹਨਾਂ ਦੇ ਹੀ ਨਹੀਂ ਇਹ ਸਾਰੇ ਇੰਡੀਆ ਦੇ? ਹਾਂਜੀ, ਪਹਿਲੇ ਇਹ ਸਮਰਾਟ ਹੈ ਨਾ, ਸਮਰਾਟ ਫੈਮਿਲੀ, ਉੱਥੋਂ ਹੀ ਇਹਨਾਂ ਦਾ ਜਿਹੜਾ ਚੱਲਿਆ ਹੈ ਕਿ ਡਾਂਸ ਇਹਨਾਂ ਦਾ ਹੀ ਹੈਗਾ ਸੀ, ਇੰਡੀਆ ਤੋਂ ਹੀ। ਅੱਛਾ ਅੱਛਾ ਅੱਛਾ। ਮੈਂ ਉਹਨਾਂ ਕੋਲ ਸਿੱਖਿਆ। मैं पप्पू को भी काम करवाया है और खानम को, खानू जी भी, खानू सबड़ा, जी जी जी, वो बहुत अच्छा इंसान। हाँ जी। अच्छा, ਤੁਸੀਂ ਐਨੀ ਦੇਰ ਫਿਲਮ ਦੇ ਵਿੱਚ ਰਹਿ ਗਏ, ਫਿਲਮ ਦੀ ਕਿਹੜੀ ਪਰਸਨੈਲਿਟੀ ਜਿਹਨੇ ਤੁਹਾਨੂੰ ਐਜ਼ ਏ ਇਨਸਾਨ ਮੁਤਾਸਰ ਕੀਤਾ ਹੋਵੇ? एज ए इंसान मतलब अच्छाई, मतलब अच्छाइयां ਦੇ ਬਾਰੇ ਚ ਪੁੱਛ ਰਹੇ ਹੋ ਜਾਂ ਅੱਛੇ ਐਕਟਰ ਦੇ ਬਾਰੇ ਚ ਪੁੱਛ ਰਹੇ ਨਹੀਂ ਹੋ? ਨਹੀਂ, ਇੱਕ ਤਾਂ ਹੁੰਦਾ ਨਾ ਐਕਟਰ, ਉਹਨਾਂ ਨੂੰ ਤਾਂ ਸਾਰੇ ਜਾਣਦੇ ਨੇ, ਡਾਇਰੈਕਟਰਾਂ ਨੂੰ ਵੀ ਸਾਰੇ ਜਾਣਦੇ ਨੇ, ਰਾਈਟਰਾਂ ਨੂੰ ਵੀ ਸਾਰੇ, ਸੌਂਗ ਰਾਈਟਰ ਨੂੰ ਵੀ, ਇਹ ਗਾਇਕ, ਐਜ਼ ਏ ਇਨਸਾਨ, ਯਾਨੀ ਕਿ ਨਾ ਉਹਦਾ ਨਾਮ ਵੀ ਬੜਾ ਹੋਵੇ ਔਰ ਇਨਸਾਨ ਵੀ ਬਹੁਤ ਕਮਾਲ ਦਾ ਹੋਵੇ। ਐਜ਼ ਏ ਇਨਸਾਨ ਕੌਣ ਅੱਛਾ ਸੀ? ਮੇਰੇ ਤੋਂ ਇਲਾਵਾ ਨਾ ਲੈਣਾ ਕਿਸੇ ਦਾ। ਨਹੀਂ, ਤੁਸੀਂ ਤੇ ਹੋ ਹੀ ਅੱਛੇ, ਲੇਕਿਨ ਤੁਸੀਂ ਬਹੁਤ ਸਾਰੇ ਲੋਕ ਨੇ, ਹੁਣ ਮੈਂ ਕਿਹਦਾ ਨਾਂ ਲਵਾਂ? ਮੇਰੀ ਨਜ਼ਰ ਵਿੱਚ ਤੇ ਰਾਏ ਸਾਹਿਬ ਬਹੁਤ ਅੱਛੇ ਸੀ, ਠੀਕ ਹੈ। ਮੈਂ ਉਹਨਾਂ ਨਾਲ ਕਾਫੀ ਕੰਮ ਕੀਤਾ, ਯਾਨੀ ਕਿ ਮੇਰੀ ਮਦਰ ਨੇ ਵੀ ਉਹਨਾਂ ਨਾਲ ਕੰਮ ਕੀਤਾ। ਮੈਂ ਛੋਟੀ ਸੀ, ਬਚਪਨ ਤੋਂ ਉਹਨਾਂ ਨੂੰ ਦੇਖ ਰਹੀ ਸੀ, ਤੇ ਐਜ਼ ਏ ਇਨਸਾਨ। ਅੱਛਾ, ਤੁਸੀਂ ਕੋਈ ਐਸਾ ਵਾਕਿਆ ਸੁਣਾਉਣਾ ਚਾਹੋਗੇ ਜਿਹੜਾ ਤੁਹਾਡੇ ਨਾਲ ਬੀਤਿਆ ਹੋਵੇ? ਕਿਉਂਕਿ ਤੁਸੀਂ ਉਰਦੂ ਪੰਜਾਬੀ ਫਿਲਮ ਦੇ ਹੀਰੋਇਨ ਬਣ ਸਕਦੇ ਸੀ, ਹਾਂਜੀ ਹਾਂਜੀ, ਜਿੱਦੇ ਤੁਸੀਂ ਪੱਕੇ ਡਾਂਸਰ ਹੈਗੇ ਸੀ ਜੀ ਜੀ, ਔਰ ਜਿੱਡੇ ਪੱਕੇ ਐਕਟਰ ਹੈਗੇ। ਮੈਂ ਆਪਣੇ ਨਾਜ਼ਰੀਨ ਨੂੰ ਇਹ ਦੱਸ ਦਿਆਂ ਕਿ ਜੀ ਇਹਨਾਂ ਨੇ ਤਕਰੀਬਨ ਹਰ ਪਾਕਿਸਤਾਨੀ ਫਿਲਮ ਦੀ ਜਿਹੜੀ ਹੀਰੋਇਨ ਹੈ ਉਹਨਾਂ ਦੀ ਡਬਿੰਗ ਕੀਤੀ ਹੋਈ ਹੈ। ਡਬਿੰਗ ਦੀ ਬਹੁਤ ਜ਼ਬਰਦਸਤ ਮਾਸਟਰ ਹੈਗੇ, ਤੇ ਜਦੋਂ ਡਬਿੰਗ ਕਰ ਲਿੱਤੀ, ਐਕਟਿੰਗ ਵੀ ਕਰ ਲਿੱਤੀ, ਸਟੇਜ ਤੇ ਕਰ ਲਿੱਤਾ, ਪਸ਼ਤੋ ਚ ਹੀਰੋਇਨ ਆ ਗਏ, ਪੰਜਾਬੀ ਔਰ ਉਰਦੂ ਫਿਲਮ ਦੇ ਵਿੱਚ ਅੱਜ ਤੱਕ ਕਿਉਂ ਨਹੀਂ ਤੁਹਾਨੂੰ ਐਸਾ ਚਾਂਸ ਮਿਲਿਆ? ਦੇਖੇ ਜੀ, ਥੋੜੀ ਰਾਜ਼ ਦੀਆਂ ਵੀ ਗੱਲਾਂ ਹੁੰਦੀਆਂ ਨੇ, ਪਰ ਹਾਲੇ ਹੁਣ ਤੁਸੀਂ ਸਵਾਲ ਕਰ ਲਿਆ ਤੇ ਮੇਰਾ ਦੱਸਣਾ ਜ਼ਰੂਰੀ ਹੈ, ਕਿਉਂਕਿ ਨੈਕਸਟ ਆਉਣ ਵਾਲੀਆਂ ਪਰਦਾ ਚੁੱਕੂਆ ਜੋ ਰਾਜ ਤੋਂ। ਨਹੀਂ, ਰਾਜ਼ ਬਸ ਐਸੀ ਕਿ ਥੋੜੀ ਜੀ ਉਹਨਾਂ ਦੀ ਜਿਹੜੀ ਕਹਿ ਸਕਦੇ ਆ ਕਿ ਰਿਕੁਆਇਰਮੈਂਟ ਮੈਂ ਪੂਰੀ ਨਹੀਂ ਕਰ ਸਕੀ, ਯਾਨੀ ਕਿ ਉਹ ਮੈਨੂੰ ਰਾਤੋਂ ਰਾਤ ਹੀ ਬਣਾ ਸਕਦੇ ਸਨ, ਔਰ ਹੈਗੇ ਸਨ ਇਸ ਕਾਬਿਲ ਕਿ ਮੈਨੂੰ ਰਾਤੋਂ ਰਾਤ ਉਹ ਹੀਰੋਇਨ ਬਣਾ ਸਕਦੇ ਸਨ। ਜਾਦੂ ਦੀ ਛੜੀ ਸੀ। ਹਾਂ, ਬਸ ਸਮਝ, ਇੰਡਸਟਰੀ ਜਾਦੂ ਹੀ ਛੜੀ ਹੈ। ਤੁਸੀਂ ਤੇ ਬਿਹਤਰ ਸਮਝਦੇ ਹੋ ਇਸ ਗੱਲ ਨੂੰ ਕਿ ਵਾਕਈ ਇੱਥੇ ਜਿਹੜਾ ਗਰੀਬ ਆਂਦਾ ਉਹ ਅਮੀਰ ਹੋ ਜਾਂਦਾ, ਅਮੀਰ ਆਂਦਾ ਉਹ ਗਰੀਬ ਹੋ ਜਾਂਦਾ, ਇੱਥੇ ਦੇ ਕੰਮ ਇੰਝ ਹੀ ਨੇ। ਬਾਅਦ ਅਸੀਂ ਕਹਿੰਦੇ ਜੀ ਕੁਦਰਤ, ਹਾਂ, ਮੈਂ ਉਹਨਾਂ ਨੂੰ ਕੁਦਰਤ ਨੇ ਕੀਤਾ। ਹਾਂਜੀ, ਕੁਦਰਤ ਨੇ ਨਹੀਂ, ਤੁਸੀਂ ਮੈਂ ਹੀ ਹੁੰਦੇ ਆ ਜਿਹੜੇ ਪਾਸਾ ਪਲਟ ਦੇਣੇ ਆ ਨਾ ਇੱਕ ਦੂਸਰੇ ਦਾ। ਠੀਕ ਹੈ। ਤੇ ਮੈਂ ਉਸ ਟਾਈਮ ਜਿਹੜਾ ਸੀ ਨਾ, ਬਾਹਰ ਸ਼ੋਅ ਕਰ ਰਹੀ ਸੀ ਇੱਧਰ ਉੱਧਰ, ਤੇ ਮੈਨੂੰ ਕਿਸੇ ਡਾਇਰੈਕਟਰ ਨੇ ਕਿਹਾ ਜੀ ਐਸੇ, ਤੇ ਮੈਂ ਉਸ ਵਕਤ ਕਹਿ ਲਓ ਕਿ ਮੈਂ ਆਪਣੀ ਹਵਾਈ 'ਚ ਹੀ ਹੈਗੀ ਸੀ, ਤੇ ਉਹਨਾਂ ਨੇ ਕੀਤਾ, ਤੇ ਮੈਂ ਉਸ ਟਾਈਮ ਐਕਸਟਰਾ ਤੋਂ, ਲੇਕਿਨ ਮੈਂ ਬਹੁਤ ਉੱਚੀ ਜਾ ਚੁੱਕੀ ਸੀ। ਲੈਂਦੀ ਇੱਥੇ 800 ਸ਼ਿਫਟ ਸੀ, ਲੇਕਿਨ ਕੰਮ ਮੈਂ ਬਹੁਤ ਉੱਚੇ ਉੱਚੇ ਕਰ ਰਹੀ ਸੀ, ਮਸਕਤ, ਦੁਬਈ, ਇੱਧਰ ਉੱਧਰ ਸ਼ੋਜ਼, ਮੇਰੇ ਬਗੈਰ ਸ਼ੋਅ ਨਹੀਂ ਚੱਲਦਾ ਸੀ। ਡਾਂਸ ਦੀ ਵਜ੍ਹਾ ਨਾਲ ਬਿਲਕੁਲ ਇਹਦੀ ਵਜ੍ਹਾ ਨਾਲ। ਤੇ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਬੈਠੇ ਆ, ਨੇ ਕਿਹਾ ਜੀ ਸਵੇਰ ਹੀ ਮੈਂ ਤੁਹਾਡੇ ਤੇ ਸਾਰਾ ਸ਼ੂਟ ਕਰਨਾ, ਤੇ ਐਸਾ, ਲੇਕਿਨ ਉਹਨਾਂ ਨੇ ਬਸ ਮੈਨੂੰ ਨਹੀਂ ਪਤਾ ਕਿ ਮਜ਼ਾਕ ਵਿੱਚ ਗੱਲ ਕੀਤੀ ਸੀ ਜਾਂ ਸੀਰੀਅਸ ਸੀ। ਜਦੋਂ ਉਹਨਾਂ ਨੇ ਗੱਲ ਕੀਤੀ ਤੇ ਮੈਂ ਕਿਹਾ ਕਿ ਮੈਨੂੰ ਇਹ 800 ਰੁਪਇਆ ਹੀ ਸੂਟ ਕਰਦਾ ਹੈ, 800 ਤੋਂ ਮੈਂ 8 ਲੱਖ ਕਮਾ ਰਹੀ ਹਾਂ, ਤੇ ਬਿਹਤਰ ਐ ਵੀ ਕਿ ਮੈਂ 800 ਹੀ ਠੀਕ ਹੈ, ਮੈਂ ਇੰਨੀ ਵੱਡੀ ਹੀਰੋਇਨ ਨਹੀਂ ਬਣਨਾ ਚਾਹਤੀ। ਮੇਰਾ ਦਿਲ ਕਰਦਾ ਹੈ ਕਿ ਕਲੈਪ ਕਰਾਂ, ਲੇਕਿਨ ਉਹ ਨਾਜ਼ਰੀਨ ਨੇ ਕਹਿਣਾ ਕਿ ਪਤਾ ਨਹੀਂ ਇਹਨਾਂ ਦੀ। ਨਹੀਂ, ਤੁਸੀਂ ਤੇ ਸੱਚੀਆਂ ਕਰ ਰਹੇ ਹੋ, ਤੇ ਨਾਜ਼ਰੀਨ ਨੂੰ ਵੀ ਪਤਾ ਹੈ ਕਿ ਇਹ ਬੰਦਾ ਕਿਹੋ ਜਿਹਾ, ਤੁਹਾਡੇ ਬਾਰੇ ਚ ਪਤਾ ਹੈ, ਤੇ ਪ੍ਰੋਗਰਾਮ ਦੇਖ ਰਹੇ ਨੇ ਨਾ। ਮੈਂ ਤੁਹਾਨੂੰ ਦੱਸਾਂ, ਮੈਂ ਨਾ, ਮੇਰੇ ਜਿੰਨੇ ਵੀ ਦੋਸਤ ਮੇਰੇ ਜਾਣਨ ਵਾਲੇ ਨੇ, ਠੀਕ ਹੈ, ਮੈਨੂੰ ਕਿਉਂਕਿ ਉਸ ਗੱਲ ਦਾ ਪਤਾ ਹੈਗਾ, ਜਿਨ੍ਹਾਂ ਨੇ ਤੁਹਾਨੂੰ ਕਿਹਾ ਜੀ ਕਿ ਮੈਂ ਫਲਾਂ ਕਰੈਕਟਰ ਹੈਗਾ,
ਤੇ ਉਹਦੇ ਵਾਸਤੇ ਕੋਈ ਸੈਕਰੀਫਾਈਸ ਕਰਨਾ ਪੈਂਦਾ ਹੈਗਾ ਤੇ ਹਾਂਜੀ, ਤੁਸੀਂ ਐਸੇ ਗੱਲ ਬਸ ਤੁਸੀਂ ਫੇਰ ਕਿਹਾ ਸੀ ਨਾ ਬਦ ਕਿ ਇਖਲਾਕੀ ਸੀ ਥੋੜੀ ਜੀ, ਤੇ ਮੈਂ ਕਿਹਾ ਯਾ ਮਜ਼ਾਕ, ਮੈਂ ਮਜ਼ਾਕ ਵਿੱਚ ਗੱਲ ਹੈਗੀ। ਦੁਬਾਰਾ ਮੈਂ ਉਹਨਾਂ ਦੇ ਅੱਛਾ ਆਫਿਸ ਇੱਕ ਨਹੀਂ ਗੱਲ ਗਈ। ਯਾਰ, ਮਰਦ ਜਿਹੜੇ ਨਾ ਇਹੋ ਜਿਹਾ ਮਜ਼ਾਕ ਨਹੀਂ ਕਰਦੇ, ਉਹ ਗੱਲ ਮਜ਼ਾਕ ਭਾਵੇਂ ਕਰ ਰਹੇ ਹੋਣ ਲੇਕਿਨ ਨੀਅਤ ਉਹਨਾਂ ਦੀ ਠੀਕ ਨਹੀਂ ਹੁੰਦੀ। ਹਾਂ ਮੇਬੀ ਹੋ ਸਕਦਾ, ਕਿਉਂਕਿ ਜਿਹੜੇ ਜਿਹਨਾਂ ਦੀ ਨੀਅਤ ਠੀਕ ਹੁੰਦੀ ਉਹ ਮਜ਼ਾਕ ਨਾਲ ਨਹੀਂ ਯਾਨੀ ਕਿ ਮੈਂ ਉਹਨਾਂ ਦੇ ਆਫਿਸ ਨਹੀਂ ਗਈ, ਦੁਬਾਰਾ ਮੈਂ ਉਹਨਾਂ ਦੇ ਆਫਿਸ ਦੇ ਕੋਲੋਂ ਵੀ ਨਹੀਂ ਲੱਗੀ, ਯਾਨੀ ਕਿ ਮੈਨੂੰ ਇੰਨਾ ਉਸ ਟਾਈਮ ਬੁਰਾ ਲੱਗਾ ਨਾ ਕਿ ਮੈਨੂੰ ਇਹੋ ਜਿਹੇ ਲਫ਼ਜ਼ ਕਿਸੇ ਨੇ ਕਹੇ ਨਹੀਂ ਸੀ, ਕਿਉਂਕਿ ਮੇਰਾ ਬਚਪਨ ਇੱਥੇ ਗੁਜ਼ਰਿਆ ਹੈ, ਮੇਰੀ ਫੈਮਿਲੀ ਹੈ ਇੱਕ। ਹੁਣ ਕਿੱਥੇ ਕਿੱਥੇ ਤੁਹਾਨੂੰ ਲੱਭਾਂਗੇ। ਲਓ ਨਾਜ਼ਰੀਨ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਲੱਭ ਲੱਭ ਲਈਏ। ਲਈਏ। ਤੇ ਤੁਸੀਂ ਆਬਾਦ ਰਹੋ, ਖੁਸ਼ ਰਹੋ। ਖੁਦਾ ਹਾਫਿਜ਼।